प्यारे विद्यार्थियों, ਤੁਹਾਡਾ ਸਵਾਗਤ ਹੈ 9ਵੀਂ ਜਮਾਤ ਦੇ ਅਰਥ ਸ਼ਾਸਤਰ ਦੀ ਕਲਾਸ ਵਿੱਚ। ਅੱਜ ਅਸੀਂ ਸਾਡਾ ਪਾਠ ਨੰਬਰ 2 ਮਨੁੱਖੀ ਸੰਸਾਧਨ ਇਸ ਦਾ ਭਾਗ ਨੰਬਰ 2 ਪੜ੍ਹਾਂਗੇ। ਤਾਂ ਅਸੀਂ ਭਾਗ ਨੰਬਰ ਪਹਿਲਾ ਪੜ੍ਹਿਆ ਸੀਗਾ, ਜਿਹਦੇ ਵਿੱਚ ਅਸੀਂ ਭਾਰਤ ਤੇ ਚੀਨ ਦੀ ਆਬਾਦੀ ਦੀ ਗੱਲ ਕੀਤੀ ਸੀ, ਜਨਸੰਖਿਆ ਦੇ ਆਕਾਰ ਦੀ ਗੱਲ ਹੋਈ ਸੀ, ਸੰਸਾਧਨ ਜਿਹੜੇ ਹੈਗੇ ਹਵਾ, ਮਿੱਟੀ, ਪਾਣੀ, ਖਣਿਜ, ਧੁੱਪ ਦੀ ਗੱਲ ਹੋਈ ਸੀ, ਤਾਂ ਮਨੁੱਖੀ ਸੰਸਾਧਨਾਂ ਦੀ ਗੱਲ ਹੋਈ ਸੀ। ਮਨੁੱਖੀ ਸੰਸਾਧਨ ਪੜ੍ਹੇ ਸੀ ਅਸੀਂ, ਮਨੁੱਖੀ ਪੂੰਜੀ ਨਿਰਮਾਣ, ਮਾਨਵ ਪੂੰਜੀ ਦੇ ਬਾਰੇ ਗੱਲ ਕੀਤੀ ਸੀ। ਉਦਾਹਰਨ ਮਨਦੀਪ ਤੇ ਗੁਰਪ੍ਰੀਤ ਦੀ ਲੈ ਕੇ ਅਸੀਂ ਉਹਨਾਂ ਦੇ ਪਰਿਵਾਰ ਬਾਰੇ ਗੱਲ ਕੀਤੀ ਸੀਗੀ, ਉਹਨਾਂ ਦੀ ਵਿੱਦਿਅਕ ਯੋਗਤਾ ਦੀ। ਨਿੱਜੀ ਕੰਪਨੀ ਦੇ ਵਿੱਚ ਜਿਹੜਾ ਸੀਗਾ ਉਹ ਕੰਮ ਕਰਦਾ ਸੀ, ਤਾਂ ਗੁਰਪ੍ਰੀਤ ਜਿਹੜਾ ਹੈਗਾ ਉਹਦੇ ਪਿਤਾ ਦੀ ਮੌਤ ਹੋ ਗਈ ਸੀ, ਮਾਤਾ ਖੇਤ ਮਜ਼ਦੂਰ ਸੀ, ਅਤੇ ਗੁਰਪ੍ਰੀਤ ਕੁਪੋਸ਼ਿਤ ਸੀਗਾ ਅਤੇ ਮਾਤਾ ਦੀ ਵੀ ਮੌਤ ਹੋਈ। ਐਵੇਂ ਮਨਦੀਪ ਚੰਗੀ ਸਿੱਖਿਆ, ਚੰਗੀ ਸਿਹਤ ਅਤੇ ਚੰਗੀ ਆਮਦਨ ਕਮਾਉਣ ਲੱਗਾ। ਤਾਂ ਮਨੁੱਖੀ ਸਾਧਨਾਂ ਵਿੱਚ ਨਿਵੇਸ਼ ਅਤੇ ਫਾਇਦਿਆਂ ਦੀ ਅਸੀਂ ਗੱਲ ਕੀਤੀ ਸੀ। ਮਨੁੱਖੀ ਸਰੋਤਾਂ ਦੁਆਰਾ ਕੀਤੀਆਂ ਗਤੀਵਿਧੀਆਂ ਦੀ ਗੱਲ ਹੋਈ ਸੀ, ਆਰਥਿਕ ਅਤੇ ਗੈਰ ਆਰਥਿਕ ਕਿਰਿਆਵਾਂ। ਆਰਥਿਕ ਕਿਰਿਆਵਾਂ ਦੇ ਵਿੱਚ ਮੁੱਢਲਾ ਖੇਤਰ, ਗੌਣ ਖੇਤਰ ਅਤੇ ਸੇਵਾ ਖੇਤਰਾਂ ਪੜ੍ਹੇ ਸੀ ਅਸੀਂ। ਮੁੱਢਲੇ ਖੇਤਰ ਪੜ੍ਹਿਆ, ਗੌਣ ਖੇਤਰ ਅਤੇ ਸੇਵਾ ਖੇਤਰ ਪੜ੍ਹਿਆ ਸੀ, ਅਤੇ ਆਰਥਿਕ ਕਿਰਿਆਵਾਂ ਦੇ ਵਿੱਚ ਅਤੇ ਗੈਰ ਆਰਥਿਕ ਕਿਰਿਆਵਾਂ ਦੇ ਵਿੱਚ ਫਰਕ ਪੜ੍ਹਿਆ ਸੀਗਾ। ਅਤੇ ਅੱਜ ਅਸੀਂ ਭਾਗ ਦੂਜਾ ਇੱਥੇ ਸ਼ੁਰੂ ਕਰਾਂਗੇ ਅਰਥ ਸ਼ਾਸਤਰ ਦਾ। ਇਹਨੂੰ ਅਸੀਂ ਕਹਾਣੀ ਨੂੰ ਅੱਗੇ, ਪਾਠ ਨੂੰ ਅੱਗੇ ਤੋਰਾਂਗੇ। ਤਾਂ ਅਸੀਂ ਜਨਸੰਖਿਆ ਦੀ ਗੁਣਵੱਤਾ ਦੀ ਗੱਲ ਕਰਦੇ ਹਾਂ। ਤਾਂ ਜਨਸੰਖਿਆ ਦੀ ਗੁਣਵੱਤਾ ਦੇਸ਼ ਦੇ ਲੋਕਾਂ ਵੱਲੋਂ ਪ੍ਰਾਪਤ ਕੀਤੀ ਚੰਗੀ ਸਿੱਖਿਆ, ਲੋਕਾਂ ਦੀ ਚੰਗੀ ਸਿਹਤ ਅਤੇ ਨਿਪੁੰਨਤਾ ਦੇ ਨਿਰਮਾਣ 'ਤੇ ਨਿਰਭਰ ਕਰਦੀ ਹੈ। ਜਨਸੰਖਿਆ ਦੀ ਗੁਣਵੱਤਾ ਦੇਸ਼ ਜਾਂ ਅਰਥ ਵਿਵਸਥਾ ਦੇ ਵਾਧੇ ਅਤੇ ਵਿਕਾਸ ਦੀ ਦਰ ਨਿਸ਼ਚਿਤ ਕਰਦੀ ਹੈ। ਅਨਪੜ੍ਹ ਅਤੇ ਅਸਵਸਥ ਜਨਸੰਖਿਆ ਅਰਥ ਵਿਵਸਥਾ ਲਈ ਦੇਣਦਾਰੀ ਹੈ, ਜਦਕਿ ਪੜ੍ਹੀ ਲਿਖੀ ਅਤੇ ਸਿਹਤਮੰਦ ਜਨਸੰਖਿਆ ਪਰਿਸੰਪत्ति ਹੈ। ਤਾਂ ਭਾਰਤ ਦੀਆਂ 5 ਸਾਲਾ ਯੋਜਨਾਵਾਂ ਦੌਰਾਨ ਵੀ ਜਨਸੰਖਿਆ ਦੀ ਗੁਣਵੱਤਾ ਨੂੰ ਸੁਧਾਰਨ ਦੇ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਤਾਂ ਜਨਸੰਖਿਆ ਦੀ ਗੁਣਵੱਤਾ ਸੁਧਾਰਨ ਦੇ ਲਈ ਚੰਗੀ ਸਿੱਖਿਆ, ਲੋਕਾਂ ਦੀ ਸਿਹਤ ਅਤੇ ਦੇਸ਼ ਦੇ ਲੋਕਾਂ ਦੁਆਰਾ ਹਾਸਲ ਕੀਤੀ ਕੁਸ਼ਲਤਾ ਦਾ ਗਠਨ, ਆਬਾਦੀ ਦੀ ਗੁਣਵੱਤਾ ਵਧਾਉਣ ਦੇ ਲਈ ਦੇਸ਼ ਦੀ ਵਿਕਾਸ ਦਰ ਦਾ ਇਹ ਫੈਸਲਾ ਕਰਦੀ ਹੈ। ਅਨਪੜ੍ਹ ਅਤੇ ਗੈਰ ਸਿਹਤਮੰਦ ਆਬਾਦੀ ਆਰਥਿਕਤਾ ਦੇ ਲਈ ਇੱਕ ਦੇਣਦਾਰੀ ਹੈ, ਅਤੇ ਸਾਖਰ ਅਤੇ ਸਿਹਤਮੰਦ ਆਬਾਦੀ ਇੱਕ ਸੰਪੱਤੀ ਹੈ। ਭਾਰਤ ਦੀਆਂ 5 ਸਾਲਾ ਯੋਜਨਾਵਾਂ ਆਬਾਦੀ ਦੀ ਗੁਣਵੱਤਾ ਵਿੱਚ ਸੁਧਾਰ ਲਈ ਵਿਸ਼ੇਸ਼ ਧਿਆਨ ਦਿੰਦੀਆਂ ਹਨ। ਤਾਂ ਇਹਨਾਂ ਵਿਸ਼ੇਸ਼ ਧਿਆਨਾਂ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਗੱਲ ਆਉਂਦੀ ਹੈ ਉਹ ਸਿੱਖਿਆ ਦੀ ਗੱਲ ਆਉਂਦੀ ਹੈ। ਅਸੀਂ ਸਿੱਖਿਆ ਦੀ ਗੱਲ ਕਰਾਂਗੇ। ਤਾਂ ਸਿੱਖਿਆ ਮਨੁੱਖ ਦੇ ਵਿਕਾਸ ਲਈ ਇੱਕ ਬਹੁਤ ਜ਼ਰੂਰੀ ਸਾਧਨ ਹੈ। ਇਹ ਨਵੀਆਂ ਇੱਛਾਵਾਂ ਪ੍ਰਦਾਨ ਕਰਦੀ ਹੈ ਅਤੇ ਜ਼ਿੰਦਗੀ ਦੇ ਮੁੱਲਾਂ ਨੂੰ ਵਿਕਸਿਤ ਕਰਦੀ ਹੈ। ਸਿੱਖਿਆ ਨਾ ਕੇਵਲ ਇਕੱਲੇ ਮਨੁੱਖ ਲਈ ਸਗੋਂ ਸਮੁੱਚੇ ਸਮਾਜ ਦੇ ਵਿਕਾਸ ਵਿੱਚ ਹਿੱਸਾ ਪਾਉਂਦੀ ਹੈ। ਜਿਵੇਂ ਮਨਦੀਪ ਨੂੰ ਚੰਗੇ ਸਕੂਲ ਵਿੱਚ ਪੜ੍ਹਨ ਦਾ ਮੌਕਾ ਮਿਲਿਆ, ਸਿੱਖਿਆ ਨੇ ਉਸ ਨੂੰ ਵਿਕਸਿਤ ਹੋਣ, ਚੰਗਾ ਨਾਗਰਿਕ ਬਣਨ ਦੇ ਲਈ ਅਤੇ ਚੰਗੇ ਪੈਸੇ ਕਮਾਉਣ ਵਿੱਚ ਸਹਾਇਤਾ ਕੀਤੀ, ਜਿਸ ਕਾਰਨ ਰਾਸ਼ਟਰੀ ਆਮਦਨ ਵਿੱਚ ਵਾਧਾ ਹੋਇਆ ਅਤੇ ਦੇਸ਼ ਦੀ ਆਰਥਿਕ ਦੇਸ਼ ਦਾ ਵਿਕਾਸ ਹੋਇਆ। ਤਾਂ ਸਿੱਖਿਆ ਜਿਹੜੀ ਹੈਗੀ ਉਹ ਮਨੁੱਖ ਦੇ ਵਿਕਾਸ ਲਈ ਇੱਕ ਬਹੁਤ ਮਹੱਤਵਪੂਰਨ ਔਰ ਜ਼ਰੂਰੀ ਸਾਧਨ ਹੈ। ਇਹ ਨਵੀਆਂ ਇੱਛਾਵਾਂ ਪ੍ਰਦਾਨ ਕਰਦੀ ਹੈ ਅਤੇ ਜ਼ਿੰਦਗੀ ਦੇ ਮੁੱਲਾਂ ਨੂੰ ਵਿਕਸਿਤ ਕਰਦੀ ਹੈ। ਸਿੱਖਿਆ ਨਾ ਕੇਵਲ ਇਕੱਲੇ ਮਨੁੱਖ ਲਈ ਸਗੋਂ ਸਮੁੱਚੇ ਸਮਾਜ ਦੇ ਵਿਕਾਸ ਦੇ ਵਿੱਚ ਹਿੱਸਾ ਪਾਉਂਦੀ ਹੈ। ਜਿਵੇਂ ਕਿ ਅਸੀਂ ਉਦਾਹਰਨ ਲਈ ਸੀ ਮਨਦੀਪ ਦੀ, ਤਾਂ ਮਨਦੀਪ ਚੰਗੇ ਸਕੂਲ 'ਚ ਪੜ੍ਹਨ ਦਾ ਉਹਨੂੰ ਮੌਕਾ ਮਿਲਿਆ, ਸਿੱਖਿਆ ਨੇ ਉਹਨੂੰ ਵਿਕਸਿਤ ਹੋਣ ਅਤੇ ਚੰਗਾ ਨਾਗਰਿਕ ਬਣਨ ਦੇ ਵਿੱਚ ਹੌਸਲਾ ਅਫਜ਼ਾਈ ਕੀਤੀ ਅਤੇ ਚੰਗੇ ਪੈਸੇ ਕਮਾਉਣ ਵਿੱਚ ਉਸ ਦੀ ਮਦਦ ਹੋਈ, ਸਹਾਇਤਾ ਹੋਈ, ਜਿਸ ਕਾਰਨ ਰਾਸ਼ਟਰੀ ਆਮਦਨ ਵਿੱਚ ਵੀ ਵਾਧਾ ਹੋਇਆ ਅਤੇ ਦੇਸ਼ ਦਾ ਆਰਥਿਕ ਵਿਕਾਸ ਹੋਇਆ। ਤਾਂ ਸਿੱਖਿਆ ਮਨੁੱਖ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ। ਇਹ ਨਵੀਆਂ ਇੱਛਾਵਾਂ ਪ੍ਰਦਾਨ ਕਰਦੀ ਹੈ ਅਤੇ ਜੀਵਨ ਦੀਆਂ ਕਦਰਾਂ ਕੀਮਤਾਂ ਦਾ ਵਿਕਾਸ ਹੁੰਦਾ ਹੈ। ਬੱਚੇ ਦਾ ਵਿਜ਼ਨ ਕਲੀਅਰ ਹੁੰਦਾ ਹੈ, ਬੱਚੇ ਦਾ ਕੈਨਵਸ ਵੱਡਾ ਹੁੰਦਾ ਹੈ, ਬੱਚੇ ਦੀ ਸੋਚ ਦਾ ਵਿਕਾਸ ਹੁੰਦਾ ਹੈ। ਤਾਂ ਸਿਰਫ ਇੱਕੋ ਵਿਅਕਤੀ ਦਾ ਨਹੀਂ ਬਲਕਿ ਸਮੁੱਚੇ ਤੌਰ 'ਤੇ ਸਮਾਜ ਦਾ ਵੀ ਸਿੱਖਿਆ ਦੇ ਨਾਲ ਵਿਕਾਸ ਹੁੰਦਾ ਹੈ। ਤਾਂ ਅੱਗੇ ਅਸੀਂ ਗੱਲ ਕਰਾਂਗੇ ਭਾਰਤ ਵਿੱਚ ਸਾਖਰਤਾ ਦਰ ਦੀ। ਅਤੇ ਜਨਸੰਖਿਆ ਦੇ ਵੱਖ-ਵੱਖ ਭਾਗਾਂ ਵਿੱਚ ਸਾਖਰਤਾ ਦਰ ਦੇ ਵਿੱਚ ਵੀ ਅੰਤਰ ਪਾਇਆ ਜਾਂਦਾ ਹੈ। ਬਹੁਤ ਜ਼ਿਆਦਾ ਅੰਤਰ ਹੈ। ਜਨਗਣਨਾ 2011 ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਕੁੱਲ ਸਾਖਰਤਾ ਦਰ ਜਿਹੜੀ ਸੀਗੀ, ਭਾਰਤ ਵਿੱਚ ਕੁੱਲ ਸਾਖਰਤਾ ਦਰ 74% ਹੈ, ਜਿਸ ਵਿੱਚ ਪੁਰਸ਼ਾਂ ਦੀ 82.14% ਅਤੇ ਮਹਿਲਾਵਾਂ ਦੀ 65.46% ਸਾਖਰਤਾ ਦਰ ਹੈ। ਪੁਰਸ਼ਾਂ ਵਿੱਚ ਸਾਖਰਤਾ ਦਰ ਮਹਿਲਾਵਾਂ ਨਾਲੋਂ ਕਰੀਬ 16.68% ਵੱਧ ਹੈ ਅਤੇ ਪੇਂਡੂ ਖੇਤਰ ਦੀ ਤੁਲਨਾ ਦੇ ਵਿੱਚ ਇਹ ਸ਼ਹਿਰੀ ਖੇਤਰ ਵਿੱਚੋਂ 16.1% ਵੱਧ ਹੈ।
ਸਭ ਤੋਂ ਜ਼ਿਆਦਾ ਸਾਖਰਤਾ ਦੀ ਦਰ ਜਿਹੜੀ ਹੈਗੀ ਉਹ 93.9% ਕੇਰਲ ਵਿੱਚ ਹੈ। ਤਾਂ ਅਸੀਂ ਸਾਖਰਤਾ ਦੀ ਗੱਲ ਕਰਦੇ ਹਾਂ। ਭਾਰਤ ਦੇ ਵੱਖ-ਵੱਖ ਭਾਗਾਂ ਵਿੱਚ ਸਾਖਰਤਾ ਦਰਾਂ ਵਿੱਚ ਇੱਕ ਵੱਡਾ ਅੰਤਰ ਦੇਖਣ ਨੂੰ ਮਿਲਦਾ ਹੈ। ਮਰਦਮਸ਼ੁਮਾਰੀ ਜਿਹੜੀ 2011 ਹੋਈ ਉਸ ਦੇ ਅਨੁਸਾਰ ਭਾਰਤ ਵਿੱਚ ਕੁੱਲ ਸਾਖਰਤਾ ਦਰ ਜਿਹੜੀ ਸੀਗੀ, ਸਾਖਰਤਾ ਦਰ ਉਹ 74% ਹੈ। ਤੇ ਇਸ ਤੋਂ ਬਾਅਦ ਅਸੀਂ ਦੇਖਿਆ ਕਿ ਪੁਰਸ਼ਾਂ ਦੇ ਵਿੱਚ ਸਾਖਰਤਾ ਦਰ ਜਿਹੜੀ ਹੈਗੀ ਹੈ ਉਹ 82.14% ਹੈ, ਔਰ ਔਰਤਾਂ ਵਿੱਚ ਸਾਖਰਤਾ ਦਰ ਜਿਹੜੀ ਹੈਗੀ ਉਹ 65.46% ਮਿਲਦੀ ਹੈ। ਤਾਂ ਪੁਰਸ਼ਾਂ ਔਰ ਔਰਤਾਂ ਦੇ ਵਿੱਚ ਵੀ ਸਾਖਰਤਾ ਦਰ ਦੇ ਵਿੱਚ ਫਰਕ ਪਾਇਆ ਜਾਂਦਾ ਹੈ। ਤਾਂ ਪੁਰਸ਼ਾਂ ਵਿੱਚ ਸਾਖਰਤਾ ਦਰ ਮਹਿਲਾਵਾਂ ਨਾਲੋਂ ਕਰੀਬ 16.68% ਜਿਹੜੀ ਹੈਗੀ ਉਹ ਵੱਧ ਰਿਕਾਰਡ ਕੀਤੀ ਗਈ ਹੈ। ਤੇ ਇਸ ਤੋਂ ਬਾਅਦ ਮਰਦਾਂ ਦੀ ਸਾਖਰਤਾ ਦਰ ਔਰਤਾਂ ਨਾਲੋਂ ਲਗਭਗ ਜਿਹੜੀ ਹੈਗੀ ਹੈ ਉਹ ਅਸੀਂ ਹੁਣੇ ਗੱਲ ਕੀਤੀ ਹੈ, ਉਹ ਲਗਭਗ 16.68% ਜਿਹੜੀ ਹੈਗੀ ਉਹ ਵਧੇਰੇ ਹੈ। ਮਰਦਾਂ ਦੀ ਸਾਖਰਤਾ ਦਰ ਔਰਤਾਂ ਨਾਲੋਂ ਲਗਭਗ 16.68% ਵੱਧ ਹੈ। ਤੇ ਅੱਗੇ ਅਸੀਂ ਗੱਲ ਕਰਦੇ ਹਾਂ ਪੇਂਡੂ ਖੇਤਰ ਦੀ। ਪੇਂਡੂ ਖੇਤਰਾਂ ਦੇ ਮੁਕਾਬਲੇ ਸ਼ਹਿਰੀ ਖੇਤਰਾਂ ਵਿੱਚ 16.1% ਵੱਧ ਹੈ। ਤਾਂ ਪੇਂਡੂ ਖੇਤਰਾਂ ਦੇ ਵਿੱਚ ਮਤਲਬ ਪੇਂਡੂ ਖੇਤਰਾਂ ਦੀ ਤੁਲਨਾ ਵਿੱਚ ਇਹ ਸ਼ਹਿਰੀ ਖੇਤਰ ਵਿੱਚ 16.1% ਵੱਧ ਹੈ। ਸਭ ਤੋਂ ਜ਼ਿਆਦਾ ਸਾਖਰਤਾ ਦਰ ਦੀ ਅਸੀਂ ਅਗਰ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਸਾਖਰਤਾ ਦਰ ਉਹ 93.9% ਕੇਰਲ ਵਿੱਚ ਹੈ, ਜਦਕਿ ਬਿਹਾਰ ਵਿੱਚ ਇਹ ਸਭ ਤੋਂ ਘੱਟ 63.8% ਹੈ। ਅਸੀਂ ਅੱਗੇ ਦੇਖਦੇ ਹਾਂ ਸਾਖਰਤਾ ਦਰ ਜਿਹੜੀ ਹੈਗੀ ਹੈ ਬਿਹਾਰ ਵਿੱਚ ਸਭ ਤੋਂ ਘੱਟ ਹੈ ਕਿ 63.8% ਹੀ ਕੇਵਲ ਸਾਖਰਤਾ ਦਰ ਬਿਹਾਰ ਦੇ ਵਿੱਚ ਨੋਟ ਕੀਤੀ ਗਈ ਹੈ। ਔਰ ਸਭ ਤੋਂ ਵੱਧ ਜਿਹੜੀ ਹੈਗੀ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ, ਉਹ ਕੇਰਲ ਦੇ ਵਿੱਚ ਹੈ। ਕੇਰਲ ਦੇ ਵਿੱਚ ਸਾਖਰਤਾ ਦਰ ਜਿਹੜੀ ਹੈਗੀ ਹੈ ਉਹ ਅਸੀਂ ਗੱਲ ਕੀਤੀ ਹੈ ਹੁਣੇ, ਤੁਸੀਂ ਨੋਟ ਕਰੋ 93.9% ਹੈ। ਤਾਂ ਕੇਰਲ ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਕੇਰਲ ਦੇ ਵਿੱਚ ਪਾਏ ਜਾਂਦੇ ਨੇ, ਜਦੋਂ ਕਿ ਬਿਹਾਰ ਵਿੱਚ ਇਹ ਜਿਹੜੀ ਹੈਗੀ ਹੈ ਕੇਵਲ ਔਰ ਕੇਵਲ 63.8% ਹੈ। ਪੰਜਾਬ ਦੀ ਸਾਖਰਤਾ ਦਰ ਅਗਰ ਅਸੀਂ ਦੇਖੀਏ ਤਾਂ ਪੰਜਾਬ ਦੀ ਸਾਖਰਤਾ ਦਰ 75.84% ਹੈ, ਜਿਸ ਵਿੱਚ ਪੁਰਸ਼ਾਂ ਦੀ ਜਿਹੜੀ ਸਾਖਰਤਾ ਦਰ ਹੈ ਉਹ 80.44% ਹੈ ਅਤੇ ਮਹਿਲਾਵਾਂ ਦੀ ਸਾਖਰਤਾ ਦਰ 70.73% ਹੈ। ਤਾਂ ਇਹ ਸੀ ਭਾਰਤ ਦੀ ਸਾਖਰਤਾ ਬਾਰੇ। ਤੇ ਜਨਸੰਖਿਆ ਦੇ ਵੱਖ-ਵੱਖ ਭਾਗਾਂ ਵਿੱਚ ਸਾਖਰਤਾ ਦਰ ਵਿੱਚ ਅੰਤਰ ਜ਼ਿਆਦਾ ਹੈ। ਜਨਗਣਨਾ 2011 ਦੀ ਰਿਪੋਰਟ ਅਨੁਸਾਰ ਭਾਰਤ ਵਿੱਚ ਕੁੱਲ ਸਾਖਰਤਾ ਦਰ 74% ਹੈ। ਤਾਂ ਪਿਆਰੇ ਵਿਦਿਆਰਥੀਓ ਇਹ ਨੋਟ ਕਰ ਲਓ ਤੁਸੀਂ। ਤੇ ਭਾਰਤ ਵਿੱਚ ਕੁੱਲ ਸਾਖਰਤਾ ਦਰ 74% ਹੈ, ਜਿਸ ਵਿੱਚ ਪੁਰਸ਼ਾਂ ਦੀ 82.14% ਅਤੇ ਮਹਿਲਾਵਾਂ ਦੀ 65.46% ਸਾਖਰਤਾ ਦਰ ਹੈ। ਪੁਰਸ਼ਾਂ ਵਿੱਚ ਸਾਖਰਤਾ ਦਰ ਮਹਿਲਾਵਾਂ ਨਾਲੋਂ 16.68% ਵੱਧ ਹੈ ਅਤੇ ਪੇਂਡੂ ਖੇਤਰ ਦੀ ਤੁਲਨਾ ਵਿੱਚ ਇਹ ਸ਼ਹਿਰੀ ਖੇਤਰਾਂ ਵਿੱਚ 16.1% ਵੱਧ ਹੈ। ਸਭ ਤੋਂ ਜ਼ਿਆਦਾ ਸਾਖਰਤਾ ਦਰ ਅਸੀਂ ਪੜ੍ਹਿਆ ਹੁਣੇ ਕੇਰਲ ਦੇ ਵਿੱਚ 93.9% ਹੈ, ਜਦਕਿ ਬਿਹਾਰ ਵਿੱਚ ਸਭ ਤੋਂ ਘੱਟ 63.8% ਹੈ। ਪੰਜਾਬ ਦੀ ਸਾਖਰਤਾ ਦਰ ਦੀ ਅਸੀਂ ਗੱਲ ਕੀਤੀ ਹੈ ਹੁਣੇ 75.84% ਹੈ, ਜਿਸ ਵਿੱਚ ਪੁਰਸ਼ਾਂ ਦੀ ਜਿਹੜੀ ਹੈਗੀ ਹੈ ਸਾਖਰਤਾ ਦਰ ਉਹ 80.44 ਅਤੇ ਮਹਿਲਾਵਾਂ ਦੀ ਸਾਖਰਤਾ ਦਰ 70.73% ਦਰਜ ਹੋਈ ਹੈ। ਤਾਂ ਇਹ ਸੀ ਸਾਖਰਤਾ ਦਰ ਬਾਰੇ। ਭਾਰਤ ਵਿੱਚ ਸਾਖਰਤਾ ਦਰ ਦੀ ਅਗਰ ਤੁਸੀਂ ਦੇਖੋ ਗ੍ਰਾਫ ਦੇਖੋ ਤਾਂ 1951, 1961, ਫਿਰ 1971, 1981 ਦਾ, ਫਿਰ 1991 ਦਾ, ਫਿਰ 2001 ਦਾ, 2004 ਅਤੇ 2011 ਦੇ ਮਰਦਮਸ਼ੁਮਾਰੀ ਜਿਹੜੀ ਹੈਗੀ ਹੈ ਇਹਦੇ ਵਿੱਚ 2004 ਦਾ ਡਾਟਾ ਵੀ ਐਡ ਕੀਤਾ ਗਿਆ। ਤਾਂ 2011 ਤੱਕ ਦੀ ਜਿਹੜੀ ਹੈਗੀ ਇਹ ਰਿਪੋਰਟ ਇੱਥੇ ਸਾਡੇ ਸਾਹਮਣੇ ਹੈਗੀ ਹੈ ਸਾਖਰਤਾ ਦਰ ਦੀ। ਤਾਂ ਇਹਦੇ ਵਿੱਚ ਮੇਲ ਔਰ ਫੀਮੇਲ ਦੀ ਵੀ ਡਿਫਰੈਂਸ ਤੁਸੀਂ ਇੱਥੇ ਦੇਖ ਸਕਦੇ ਹੋ। ਤਾਂ ਅੱਗੇ ਅਸੀਂ ਇਹਨੂੰ ਗੱਲ ਨੂੰ ਅੱਗੇ ਵਧਾਉਂਦੇ ਹੋਏ ਦੇਖੀਏ ਤਾਂ ਭਾਰਤ ਵਿੱਚ ਸਾਖਰਤਾ ਦਰ ਜਿਹੜੀ ਹੈਗੀ 1951 ਤੋਂ ਲੈ ਕੇ 2011 ਤੱਕ, ਤਾਂ ਇਹਦਾ ਗ੍ਰਾਫ ਅਗਰ ਦੇਖੋ ਤੇ ਇਹਦੇ ਬਾਰੇ ਵੀ ਆਪਾਂ ਇੱਥੇ ਗੱਲ ਕਰਾਂਗੇ। ਭਾਰਤ ਵਿੱਚ ਸਾਖਰਤਾ ਦਰ ਇੱਕ ਸਾਰਣੀ ਦੇ ਰੂਪ ਵਿੱਚ ਤੁਹਾਨੂੰ ਦਰਸਾਈ ਗਈ ਹੈ, ਤੁਸੀਂ ਦੇਖ ਸਕਦੇ ਹੋ। ਤਾਂ ਸਰੋਤ ਜਿਹੜਾ ਹੈਗਾ ਹੈ ਭਾਰਤ ਦੀ ਜਨਗਣਨਾ ਦਫ਼ਤਰ ਰਜਿਸਟਰਾਰ ਜਨਰਲ ਤੋਂ ਪ੍ਰਾਪਤ ਹੈ। ਇਹ ਸਾਡੀ ਬੁੱਕ ਦੇ ਵਿੱਚ ਵੀ ਦਰਜ ਹੈ। ਤਾਂ 1951 ਦੇ ਵਿੱਚ ਜਿਹੜੀ ਸੀਗੀ 18.3 ਪੁਰਸ਼ ਜਿਹੜੇ ਹੈਗੇ ਉਹ 27.16 ਅਤੇ ਇਸਤਰੀਆਂ ਦੀ ਦਰ ਜਿਹੜੀ ਸੀਗੀ 8.66 ਸੀਗੀ। ਤਾਂ ਇਹਦੀ ਪ੍ਰਤੀਸ਼ਤਤਾ ਤੁਸੀਂ ਇੱਥੇ ਨੋਟ ਕਰ ਸਕਦੇ ਹੋ। ਤਾਂ ਜਿਹੜਾ ਇਹ ਗ੍ਰਾਫ ਹੈ 2.1 ਇਹ ਜਿਹੜਾ ਦੇਖ ਰਹੇ ਹੋ ਤੁਸੀਂ, ਇਹ ਤੋਂ ਸਪਸ਼ਟ ਹੈ ਕਿ ਭਾਰਤ ਦੀ ਜਨਸੰਖਿਆ ਦੇ ਖੇਤਰ ਵਿੱਚ ਬਹੁਤ ਵਿਕਾਸ ਕੀਤਾ ਹੈ। ਪਹਿਲੀ 5 ਸਾਲਾ ਯੋਜਨਾ ਦੇ ਅੰਤਰਗਤ ਸਿੱਖਿਆ ਦੇ
151 ਕਰੋੜ ਖਰਚ ਹੋਇਆ ਸੀ। ਪਹਿਲੀ ਜਿਹੜੀ ਜਨਗਣਨਾ ਸੀ ਉਹਦੇ ਅੰਤਰਗਤ ਸਿੱਖਿਆ ਦੇ ਉੱਪਰ 151 ਕਰੋੜ ਰੁਪਏ ਖਰਚ ਹੋਏ, ਜਦੋਂ ਕਿ 11ਵੀਂ ਜਿਹੜੀ 5 ਸਾਲਾ ਯੋਜਨਾ ਦੇ ਵਿੱਚ ਉਹ 3766.90 ਕਰੋੜ ਸਿੱਖਿਆ ਸੰਸਥਾਵਾਂ ਲਈ ਖਰਚ ਕੀਤੇ ਗਏ ਸੀ। ਇਸ ਅਵਧੀ ਦੌਰਾਨ ਸਿੱਖਿਆ ਸੰਸਥਾਵਾਂ ਦੀ ਜਿਹੜੀ ਸੰਖਿਆ ਸੀ ਉਹ 4 ਗੁਣਾ ਵਧੀ ਅਤੇ ਵਿਦਿਆਰਥੀਆਂ ਦੀ ਸੰਖਿਆ 5 ਗੁਣਾ ਵਧੀ ਹੈ। ਭਾਰਤ ਦੇ ਲਗਭਗ ਜਿਹੜੇ ਕਰੋੜ ਪਿੰਡਾਂ ਵਿੱਚ ਪ੍ਰਾਇਮਰੀ ਸਕੂਲਾਂ ਦਾ ਵਿਸਥਾਰ ਹੋਇਆ ਤੇ 11ਵੀਂ 5 ਸਾਲਾ ਯੋਜਨਾ ਦੇ ਦੌਰਾਨ ਸਰਵ ਸਿੱਖਿਆ ਅਭਿਆਨ ਅਧੀਨ 6 ਤੋਂ 14 ਸਾਲ ਦੀ ਜਿਹੜੀ ਉਮਰ ਦੇ ਬੱਚਿਆਂ ਨੂੰ ਲਾਜ਼ਮੀ ਐਲੀਮੈਂਟਰੀ ਸਿੱਖਿਆ ਪ੍ਰਦਾਨ ਕਰਨਾ ਇੱਕ ਮਹੱਤਵਪੂਰਨ ਕਦਮ ਸੀ। ਮਿਡ ਡੇ ਮੀਲ ਦੁਪਹਿਰ ਦਾ ਭੋਜਨ ਜਿਹਨੂੰ ਕਹਿੰਦੇ ਹਾਂ ਅਸੀਂ, ਇਹਦੀ ਸਕੀਮ ਤਹਿਤ ਸਕੂਲਾਂ ਵਿੱਚ ਬੱਚਿਆਂ ਦੀ ਸੰਖਿਆ ਵਧਾਉਣ ਅਤੇ ਬੱਚਿਆਂ ਦੇ ਆਹਾਰ ਪੱਧਰ ਨੂੰ ਸੁਧਾਰਨ ਦੇ ਲਈ ਲਾਗੂ ਕੀਤਾ ਗਿਆ ਸੀ। ਪਿੰਡਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਦੇ ਲਈ ਹਰ ਇੱਕ ਜ਼ਿਲ੍ਹੇ ਵਿੱਚ ਨਵੋਦਿਆ ਸਕੂਲ ਖੋਲ੍ਹੇ ਗਏ ਸੀ। ਇਹਦਾ ਟੀਚਾ ਮਿੱਥਿਆ ਗਿਆ ਸੀਗਾ। ਹਾਈ ਸਕੂਲ ਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਸਵੈ ਰੋਜ਼ਗਾਰ ਲਈ ਸਿਖਲਾਈ ਦੇਣ ਦੇ ਮੰਤਵ ਨਾਲ ਬਹੁਤ ਸਾਰੇ ਜਿਹੜੇ ਕਿੱਤੇ ਮੁਖੀ ਕੋਰਸ ਸੀ ਉਹ ਵੀ ਜਿਹੜੇ ਹੈਗੇ ਆ ਉਹ ਚਲਾਏ ਗਏ ਸੀਗੇ। ਤਾਂ ਉਹ ਕਿੱਤਾ ਮੁਖੀ ਕੋਰਸਾਂ ਨੇ ਇਹਦੇ ਵਿੱਚ ਭਾਰਤ ਦੇ ਵਿਕਾਸ ਵਿੱਚ ਬੜਾ ਯੋਗਦਾਨ ਪਾਇਆ। ਤਾਂ ਹੁਣ ਸੂਚਨਾ ਤਕਨੀਕ ਦੀ ਵਰਤੋਂ ਤੇ ਕਿੱਤਾ ਮੁਖੀ ਕੋਰਸਾਂ ਤੋਂ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਤਾਂ ਤੁਸੀਂ ਦੇਖ ਸਕਦੇ ਆ ਕਿ ਭਾਰਤ ਵਿੱਚ ਸਾਖਰਤਾ ਦਰ ਦਾ ਵਿਕਾਸ 1951 ਤੋਂ 2011 ਤੱਕ ਪਹਿਲੀ 5 ਸਾਲਾ ਯੋਜਨਾ ਸਿੱਖਿਆ ਖਰਚ 151 ਕਰੋੜ ਸੀਗਾ ਤੇ 11ਵੀਂ 5 ਸਾਲਾ ਯੋਜਨਾ ਜਿਹੜੀ ਸੀ ਉਹਦੇ ਤੇ ਸਿੱਖਿਆ ਖਰਚ 3766.90 ਕਰੋੜ ਸੀ। ਤਾਂ ਪਿੰਡਾਂ ਦੇ ਵਿੱਚ ਪ੍ਰਾਇਮਰੀ ਸਿੱਖਿਆ ਦਾ ਵਿਸਥਾਰ ਕੀਤਾ ਤਾਂ ਮਿਡ ਡੇ ਮੀਲ ਸਕੀਮ ਚਲਾਈ, ਨਵੋਦਿਆ ਵਿਦਿਆਲਿਆ ਤੇ ਓਪਨ ਸਕੂਲ ਜਿਹੜੇ ਹੈਗੇ ਉਹ ਵੀ ਖੋਲ੍ਹੇ ਗਏ। ਤੇ ਇਹ ਸੀ ਸਾਖਰਤਾ ਦੇ ਬਾਰੇ। ਸਾਖਰਤਾ ਤੋਂ ਬਾਅਦ ਅਸੀਂ ਅੱਗੇ ਗੱਲ ਕਰਾਂਗੇ ਸਾਡੇ ਸਿਹਤ ਦੀ। ਤਾਂ ਸਿਹਤ ਬਾਰੇ ਅਸੀਂ ਚਰਚਾ ਕਰਦੇ ਹਾਂ। ਤਾਂ ਸਿਹਤ ਜਿਹੜੀ ਹੈਗੀ ਉਹ ਸਾਖਰਤਾ ਤੋਂ ਬਾਅਦ ਦੂਜੀ ਵੱਡੀ ਚੀਜ਼ ਹੈ, ਜ਼ਰੂਰੀ ਚੀਜ਼ ਹੈ। ਮਨੁੱਖ ਦੀ ਕੰਮ ਕਰਨ ਦੀ ਯੋਗਤਾ ਤੇ ਸਮਰੱਥਾ ਉਸ ਦੀ ਸਿਹਤ 'ਤੇ ਨਿਰਭਰ ਕਰਦੀ ਹੈ। ਇਹ ਅਸੀਂ ਸਾਰੇ ਜਾਣਦੇ ਹਾਂ ਕਿ ਮਨੁੱਖ ਦੀ ਕੰਮ ਕਰਨ ਦੀ ਜਿਹੜੀ ਕੁਸ਼ਲਤਾ ਹੈ, ਸਮਰੱਥਾ ਹੈ, ਉਹਦੀ ਸਿਹਤ 'ਤੇ ਨਿਰਭਰ ਕਰਦੀ ਹੈ। ਜਦੋਂ ਮਨੁੱਖ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਹੁੰਦਾ ਹੈ ਤਾਂ ਉਸ ਦੀ ਸਿਹਤ ਚੰਗੀ ਹੁੰਦੀ ਹੈ। ਜਦੋਂ ਮਨੁੱਖ ਸਰੀਰਕ ਰੂਪ ਦੇ ਵਿੱਚ ਔਰ ਮਾਨਸਿਕ ਰੂਪ ਦੇ ਵਿੱਚ ਮਾਨਸਿਕ ਪੱਖ ਤੋਂ ਤੰਦਰੁਸਤ ਹੁੰਦਾ ਹੈ ਤਾਂ ਉਸ ਦੀ ਸਿਹਤ ਵੀ ਚੰਗੀ ਹੁੰਦੀ ਹੈ। ਅਸੀਂ ਅਗਰ ਉਦਾਹਰਨ ਲਈਏ ਤਾਂ ਮਨੁੱਖ ਦੀ ਕੰਮ ਕਰਨ ਦੀ ਯੋਗਤਾ ਤੇ ਸਮਰੱਥਾ ਉਸ ਦੀ ਸਿਹਤ 'ਤੇ ਨਿਰਭਰ ਕਰਦੀ ਹੈ। ਚੰਗੀ ਸਿਹਤ ਇਕੁਅਲ ਟੂ ਸਰੀਰਕ ਤੰਦਰੁਸਤੀ ਜਮਾ ਮਾਨਸਿਕ ਤੰਦਰੁਸਤੀ। ਤਾਂ ਅਸੀਂ ਅੱਗੇ ਉਦਾਹਰਨ ਲੈਂਦੇ ਹਾਂ, ਇੱਕ ਐਗਜ਼ਾਮਪਲ ਲੈਂਦੇ ਹਾਂ। ਤਾਂ ਉਦਾਹਰਨ ਕੀ ਹੈ, ਇੱਕ ਫਰਮ ਦਾ ਲੇਖਾ ਵਿਭਾਗ ਹੈ, ਉਹਦੀ ਉਦਾਹਰਨ ਲੈਂਦੇ ਹਾਂ ਅਸੀਂ। ਤਾਂ ਗੌਰਵ ਅਤੇ ਰਵੀ ਦੋਨੋਂ ਇੱਕ ਫਰਮ ਦੇ ਲੇਖਾ ਵਿਭਾਗ ਵਿੱਚ ਕੰਮ ਕਰਦੇ ਨੇ। ਇੱਕ ਗੌਰਵ ਹੈ ਤੇ ਇੱਕ ਰਵੀ ਹੈ ਜਿਹੜੇ ਕਿ ਲੇਖਾ ਵਿਭਾਗ ਦੇ ਵਿੱਚ ਇੱਕ ਫਰਮ ਦੇ ਕੰਮ ਕਰਦੇ ਨੇ। ਗੌਰਵ ਸਰੀਰਕ ਪੱਖੋਂ ਤੰਦਰੁਸਤ ਹੈ ਪਰੰਤੂ ਰਵੀ ਜੋੜਾਂ ਦੇ ਦਰਦ ਗਠੀਆ ਦਾ ਮਰੀਜ਼ ਹੈ। ਗੌਰਵ ਤੁਸੀਂ ਦੇਖ ਸਕਦੇ ਹੋ ਖੱਬੇ ਹੱਥ ਗੌਰਵ ਤੰਦਰੁਸਤ ਹੈ ਪਰ ਰਵੀ ਜਿਹੜਾ ਹੈਗਾ ਉਹ ਗਠੀਆ ਦਾ ਮਰੀਜ਼ ਹੈ। ਉਹਦੇ ਗੋਡਿਆਂ 'ਚ ਦਰਦ ਹੁੰਦਾ ਰਹਿੰਦਾ, ਜੋੜਾਂ 'ਚ ਦਰਦ ਹੁੰਦਾ ਰਹਿੰਦਾ। ਰਵੀ ਨੂੰ ਵਾਰ-ਵਾਰ ਡਾਕਟਰ ਕੋਲ ਜਾਣ ਵਾਸਤੇ ਫਰਮ ਤੋਂ ਛੁੱਟੀ ਲੈਣੀ ਪੈਂਦੀ ਹੈ। ਰਵੀ ਦੀ ਕਮਜ਼ੋਰ ਸਿਹਤ ਕਰਕੇ ਫਰਮ ਨੂੰ ਘਾਟਾ ਵੀ ਪੈਂਦਾ ਕਿਉਂਕਿ ਉਸ ਦੀ ਕਮਜ਼ੋਰ ਸਿਹਤ ਨੇ ਉਸ ਦੀ ਕੰਮ ਕਰਨ ਦੀ ਯੋਗਤਾ ਨੂੰ ਘਟਾਇਆ। ਤਾਂ ਇਸ ਤਰ੍ਹਾਂ ਉਹ ਫਰਮ ਦੇ ਲਈ ਦੇਣਦਾਰੀ ਬਣ ਗਿਆ। ਇਸ ਦੇ ਉਲਟ ਅਗਰ ਅਸੀਂ ਗੌਰਵ ਦੀ ਗੱਲ ਕਰੀਏ ਤਾਂ ਗੌਰਵ ਸਾਰਾ ਦਿਨ ਕੰਮ ਕਰਦਾ ਹੈ ਜਿਸ ਦੇ ਇਨਾਮ ਵਜੋਂ ਉਸ ਨੂੰ ਤਰੱਕੀ ਵੀ ਮਿਲੀ ਹੈ। ਗੌਰਵ ਦੀ ਚੰਗੀ ਸਿਹਤ ਨੇ ਫਰਮ ਦੀ ਕੁੱਲ ਉਤਪਾਦਕਤਾ ਵਿੱਚ ਵਾਧਾ ਕੀਤਾ ਜਿਸ ਨੇ ਅਰਥ ਵਿਵਸਥਾ ਦੇ ਵਾਧੇ ਵਿੱਚ ਹਿੱਸਾ ਪਾਇਆ। ਤਾਂ ਅਸੀਂ ਅਗਰ ਗੱਲ ਕਰੀਏ ਗੌਰਵ ਤੰਦਰੁਸਤ ਹੈ ਔਰ ਰਵੀ ਗਠੀਆ ਪੀੜਤ ਹੈ ਤਾਂ ਗੌਰਵ ਜਿਹੜਾ ਹੈਗਾ ਉਸ ਦੀ ਚੰਗੀ ਸਿਹਤ ਨੇ ਫਰਮ ਦੀ ਕੁੱਲ ਉਤਪਾਦਕਤਾ ਵਿੱਚ ਵਾਧਾ ਕੀਤਾ ਜਿਸ ਨੇ ਅਰਥ ਵਿਵਸਥਾ ਦੇ ਵਾਧੇ ਵਿੱਚ ਹਿੱਸਾ ਪਾਇਆ। ਤਾਂ ਉਦਾਹਰਨ ਤੋਂ ਇਹ ਸਾਨੂੰ ਸਪਸ਼ਟ ਹੋ ਗਿਆ ਕਿ ਅਰਥ ਵਿਵਸਥਾ ਦੇ ਵਿਕਾਸ ਲਈ ਦੇਸ਼ ਦੀ ਜਨਸੰਖਿਆ ਸਿਹਤਮੰਦ ਹੋਣੀ ਜ਼ਰੂਰੀ ਹੈ। ਪਿਛਲੇ 5 ਦਹਾਕਿਆਂ ਵਿੱਚ ਭਾਰਤ ਨੇ ਸਰਕਾਰੀ ਅਤੇ ਨਿੱਜੀ ਦੋਹਾਂ ਖੇਤਰਾਂ ਦੇ ਮੁੱਢਲੇ ਗੌਣ ਅਤੇ ਸੇਵਾਵਾਂ ਦੇ ਖੇਤਰ ਵਿੱਚ ਇੱਕ ਵਿਸ਼ਾਲ ਸਿਹਤ ਆਧਾਰਿਤ ਢਾਂਚਾ ਅਤੇ ਮਨੁੱਖੀ ਸ਼ਕਤੀ ਦਾ ਨਿਰਮਾਣ ਕੀਤਾ ਹੈ। ਭਾਰਤ ਵਿੱਚ 1951 ਵਿੱਚ ਸ਼ਿਸ਼ੂ ਮੌਤ ਦਰ 147 ਪ੍ਰਤੀ ਹਜ਼ਾਰ ਤੋਂ ਘਟ ਕੇ 2015 ਵਿੱਚ 37 ਪ੍ਰਤੀ ਹਜ਼ਾਰ ਹੋਈ ਸੀ। ਤਾਂ ਅੱਗੇ ਅਸੀਂ ਸਿਹਤ ਦੀ ਗੱਲ ਕਰੀਏ ਤਾਂ ਅਸੀਂ ਗੱਲ ਕਰਦੇ ਹਾਂ ਸ਼ਿਸ਼ੂ ਸੁਰੱਖਿਆ ਦੀ। ਤਾਂ ਭਾਰਤ ਵਿੱਚ 1951 ਵਿੱਚ ਸ਼ਿਸ਼ੂ ਮੌਤ ਦਰ 147 ਜਿਹੜੀ 147 ਪ੍ਰਤੀ ਹਜ਼ਾਰ ਸੀਗੀ 1951 ਦੇ ਵਿੱਚ। ਹਜ਼ਾਰ ਦੇ ਪਿੱਛੇ 147 ਬੱਚਿਆਂ ਦੀ ਡੈਥ ਹੋ ਜਾਂਦੀ ਸੀ। ਤਾਂ ਉਹ ਘਟ ਕੇ 2015 ਵਿੱਚ 37 ਪ੍ਰਤੀ ਹਜ਼ਾਰ ਹੋਈ। ਸ਼ਿਸ਼ੂ ਮੌਤ ਦਰ ਵਿੱਚ ਕਮੀ ਲਿਆਉਣ ਲਈ ਸ਼ਿਸ਼ੂਆਂ ਦੀ ਲਾਗ ਦੀ ਬਿਮਾਰੀ ਤੋਂ ਸੁਰੱਖਿਅਤ ਅਤੇ ਮਾਵਾਂ ਦੇ ਨਾਲ ਨਾਲ ਬੱਚਿਆਂ ਦੀ ਦੇਖਭਾਲ ਅਤੇ ਪੋਸ਼ਣ ਸੁਨਿਸ਼ਚਿਤ ਕਰਨਾ ਸ਼ਾਮਲ ਹੈ।
ਤਾਂ ਬੱਚਿਆਂ ਦੀ ਦੇਖਭਾਲ ਤੇ ਬੱਚਿਆਂ ਦਾ ਪੋਸ਼ਣ ਜਿਹੜਾ ਹੈਗਾ ਉਹ ਸੁਨਿਸ਼ਚਿਤ ਕਰਨਾ ਜ਼ਰੂਰੀ ਹੈ। ਤਾਂ ਅੱਗੇ ਅਸੀਂ ਡਾਟਾ ਤੇ ਨਿਗਾਹ ਮਾਰਾਂਗੇ। ਭਾਰਤ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਕਿਵੇਂ ਹੋਇਆ। ਤਾਂ ਇਹਦਾ ਜਿਹੜਾ ਸਾਡੇ ਕੋਲ ਸਰੋਤ ਹੈ ਨੈਸ਼ਨਲ ਹੈਲਥ ਪ੍ਰੋਫਾਈਲ 2013 ਤੇ ਆਧਾਰਿਤ ਹੈ। ਆਯੁਸ਼ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਦਾ ਇਹ ਡਾਟਾ ਹੈ। ਭਾਰਤ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ 1951 ਤੋਂ ਲੈ ਕੇ 2013 ਤੱਕ ਸਿਹਤ ਜਿਹੜੀਆਂ ਸੇਵਾਵਾਂ ਉਹਨਾਂ ਦਾ ਹੁਣ ਤੱਕ ਬਹੁਤ ਵਿਸਥਾਰ ਹੋਇਆ। ਤਾਂ ਇਹ ਸਾਡੇ ਕੋਲ ਡਾਟਾ ਹੈਗਾ, ਜਿਵੇਂ ਕਿ ਜਿਹੜੇ ਸਬ ਕੇਂਦਰ ਹੈ, ਜਿਹੜੇ ਪ੍ਰਾਥਮਿਕ ਸਿਹਤ ਕੇਂਦਰ ਹੈ ਜਾਂ ਕਮਿਊਨਿਟੀ ਸਿਹਤ ਕੇਂਦਰ 1951 'ਚ 725 ਸੀਗੇ, ਔਰ ਫਿਰ 2001 ਦੇ 'ਚ 1,63,181 ਹੋਏ ਅਤੇ 2010 'ਚ ਵੱਧ ਕੇ 1,75,277 ਹੋਏ, ਔਰ ਹੁਣ ਜਿਹੜੇ ਹੈਗੇ 2013 ਦੀ ਅਗਰ ਗੱਲ ਕਰੀਏ ਤਾਂ 1,81,319 ਸੀਗੇ। ਇਸੇ ਤਰ੍ਹਾਂ ਡਿਸਪੈਂਸਰੀਆਂ ਦੇ ਵਿੱਚ ਵੀ ਵਾਧਾ ਹੋਇਆ। ਇਸੇ ਤਰ੍ਹਾਂ ਜਿਹੜੇ ਹਸਪਤਾਲ ਨੇ ਉਹਨਾਂ ਦੇ ਵਿੱਚ ਬੈੱਡ ਜਿਹੜੇ ਹੈਗੇ ਉਹਨਾਂ ਦੀ ਗਿਣਤੀ ਦੇ ਵਿੱਚ ਵੀ ਬਹੁਤ ਵਾਧਾ ਹੋਇਆ। ਇਸੇ ਤਰ੍ਹਾਂ ਡਾਕਟਰਾਂ ਦੀ ਗਿਣਤੀ ਦੇ ਵਿੱਚ ਵੀ 1951 ਤੋਂ ਲੈ ਕੇ ਹੁਣ ਤੱਕ ਬਹੁਤ ਵਾਧਾ ਹੋਇਆ। ਇਸੇ ਤਰ੍ਹਾਂ ਡਾਕਟਰ ਐਲੋਪੈਥੀ ਦੇ ਜਿਹੜੇ ਹੈਗੇ ਉਹਨਾਂ ਦੀ ਗਿਣਤੀ 'ਚ ਵਾਧਾ ਹੋਇਆ, ਔਰ ਨਰਸਿੰਗ ਸਟਾਫ ਜਿਹੜਾ ਹੈਗਾ ਉਹ 1951 ਦੀ ਅਗਰ ਗੱਲ ਕਰੀਏ ਤਾਂ 18,054 ਨਰਸਿਸ ਸੀਗੀਆਂ ਰਜਿਸਟਰਡ, ਤਾਂ ਹੁਣ ਇਹਨਾਂ ਦੀ ਗਿਣਤੀ ਜਿਹੜੀ ਹੈਗੀ 2013 ਦਾ ਸਾਡੇ ਕੋਲ ਡਾਟਾ ਹੈ 9ਵੀਂ ਦੇ ਜਮਾਤ ਦੇ ਹਿਸਾਬ ਨਾਲ, ਤਾਂ ਉਹ ਗਿਣਤੀ ਜਿਹੜੀ ਹੈਗੀ ਉਹ ਵੀ ਬਹੁਤ ਵਧੀ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ, ਸਾਡੇ ਕੋਲ ਆਉਂਦੀ ਹੈ ਗੱਲ ਜਿਹੜੀ ਹੈਗੀ ਹੈ ਬੇਰੁਜ਼ਗਾਰੀ ਦੀ। ਤਾਂ ਜਦੋਂ ਅਸੀਂ ਬੇਰੁਜ਼ਗਾਰੀ ਦੀ ਗੱਲ ਕਰਦੇ ਹਾਂ ਤਾਂ ਬੇਰੁਜ਼ਗਾਰੀ ਬਾਰੇ ਚਰਚਾ ਕਰਦੇ ਹਾਂ ਤਾਂ ਬੇਰੁਜ਼ਗਾਰੀ ਉਹ ਸਥਿਤੀ ਹੈ ਜਦੋਂ ਮੌਜੂਦਾ ਮਜ਼ਦੂਰੀ ਦੀ ਦਰ 'ਤੇ ਕੰਮ ਕਰਨ ਦੇ ਇੱਛੁਕ ਲੋਕਾਂ ਨੂੰ ਕੰਮ ਨਹੀਂ ਮਿਲਦਾ। ਤਾਂ ਲੋਕ ਇੱਛੁਕ ਨੇ ਕੰਮ ਕਰਨ ਦੇ, ਪਰ ਉਹਨਾਂ ਨੂੰ ਕੰਮ ਨਹੀਂ ਮਿਲਦਾ। ਉਦਾਹਰਣ ਇਹਦੀ ਇਹ ਹੈ ਕਿ ਮਨਦੀਪ ਦੀ ਮਾਤਾ ਘਰ ਦਾ ਕੰਮ ਕਾਜ ਅਤੇ ਬੱਚਿਆਂ ਦੀ ਦੇਖਭਾਲ ਕਰਦੀ ਹੈ। ਮਨਦੀਪ ਦੀ ਭੈਣ ਹਰਪ੍ਰੀਤ ਅਤੇ ਗੁਰਪ੍ਰੀਤ ਦਾ ਭਰਾ ਜੀਤੂ ਆਪਣਾ ਸਮਾਂ ਖੇਡਣ ਅਤੇ ਘੁੰਮਣ ਫਿਰਨ ਵਿੱਚ ਗੁਜ਼ਾਰਦੇ ਨੇ। ਕੀ ਅਸੀਂ ਮਨਦੀਪ ਦੀ ਮਾਤਾ ਹਰਪ੍ਰੀਤ ਅਤੇ ਜੀਤੂ ਨੂੰ ਬੇਰੁਜ਼ਗਾਰ ਕਹਿ ਸਕਦੇ ਹਾਂ? ਉੱਤਰ ਨਿਸ਼ਚਿਤ ਹੀ ਨਾ ਹੋਵੇਗਾ, ਕਿਉਂਕਿ ਮਨਦੀਪ ਦੀ ਮਾਤਾ ਦੀ ਆਪਣੇ ਘਰ ਤੋਂ ਬਾਹਰ ਕੰਮ ਕਰਨ ਦੀ ਰੁਚੀ ਨਹੀਂ ਹੈ। ਹਰਪ੍ਰੀਤ ਅਤੇ ਜੀਤੂ ਬਹੁਤ ਛੋਟੇ ਨੇ, ਇਸ ਲਈ ਉਹਨਾਂ ਦੀ ਗਿਣਤੀ ਕਿਰਤ ਸ਼ਕਤੀ ਵਿੱਚ ਨਹੀਂ ਕੀਤੀ ਜਾ ਸਕਦੀ। ਕਿਰਤ ਸ਼ਕਤੀ ਵਿੱਚ ਉਹ ਲੋਕ ਸ਼ਾਮਲ ਕੀਤੇ ਜਾਂਦੇ ਨੇ ਜਿਨ੍ਹਾਂ ਦੀ ਉਮਰ 15 ਸਾਲ ਤੋਂ 59 ਸਾਲ ਹੈ। ਇਸ ਉਮਰ ਜਾਂ ਵਰਗ ਤੋਂ ਜ਼ਿਆਦਾ ਉਮਰ ਵਾਲੇ ਬਜ਼ੁਰਗ ਲੋਕਾਂ ਨੂੰ ਵੀ ਬੇਰੁਜ਼ਗਾਰ ਨਹੀਂ ਕਿਹਾ ਜਾ ਸਕਦਾ। ਤਾਂ ਇਸ ਪ੍ਰਕਾਰ ਜਦੋਂ ਵੀ ਦੇਸ਼ ਦੀ ਬੇਰੁਜ਼ਗਾਰੀ ਦੀ ਦਰ ਦੀ ਨਿਸ਼ਚਿਤ ਕੀਤੀ ਜਾਂਦੀ ਹੈ ਤਾਂ ਇਸ ਵਿੱਚ ਉਹ ਲੋਕ ਜਿਹੜੇ ਕੰਮ ਕਰਨ ਵਿੱਚ ਅਸਮਰਥ ਹਨ, ਜਿਵੇਂ ਰੋਗੀ ਹੋ ਗਏ, ਬੁੱਢੇ ਲੋਕ ਹੋ ਗਏ, ਛੋਟੇ ਬੱਚੇ, ਵਿਦਿਆਰਥੀ ਆ ਜਿਹੜੇ ਹੈਗੇ ਉਹ ਸ਼ਾਮਲ ਨਹੀਂ ਕੀਤੇ ਜਾਂਦੇ। ਭਾਰਤ ਸਰਕਾਰ ਦੇ ਜਿਹੜਾ ਸਟੈਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਹੈ ਮੰਤਰਾਲੇ ਦੇ ਨੈਸ਼ਨਲ ਸੈਂਪਲ ਸਰਵੇ ਜਿਹੜਾ NSS ਰਿਪੋਰਟ ਅਨੁਸਾਰ ਭਾਰਤ ਵਿੱਚ ਕੇਰਲ ਰਾਜ ਦੀ ਸਭ ਤੋਂ ਉੱਚੀ ਬੇਰੁਜ਼ਗਾਰੀ ਦਰ ਹੈ। ਹਾਲਾਂਕਿ ਕੇਰਲ ਦੇ ਵਿੱਚ ਸਾਖਰਤਾ ਦਰ ਸਭ ਤੋਂ ਵੱਧ ਹੈ ਅਤੇ ਰਾਜਸਥਾਨ ਅਤੇ ਗੁਜਰਾਤ ਰਾਜਾਂ ਵਿੱਚ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਹੈ। ਸਾਲ 1983 ਤੋਂ ਲੈ ਕੇ ਸਾਲ 2011 ਤੱਕ ਭਾਰਤ ਦੀ ਜਿਹੜੀ ਔਸਤ ਬੇਰੁਜ਼ਗਾਰੀ ਦਰ ਹੈ ਉਹ 9% ਰਹੀ ਹੈ। ਦਸੰਬਰ 2011 ਵਿੱਚ ਭਾਰਤ ਦੀ ਬੇਰੁਜ਼ਗਾਰੀ ਦਰ ਜਿਹੜੀ ਦਰਸਾਈ ਗਈ ਸੀ ਉਹ 3.80% ਸੀ, ਜਿਹੜੀ ਕਿ ਸਭ ਤੋਂ ਘੱਟ ਸੀ। ਔਰਤਾਂ ਦੀ ਬੇਰੁਜ਼ਗਾਰੀ ਦਰ ਪੁਰਸ਼ਾਂ ਦੀ ਬਜਾਏ ਜ਼ਿਆਦਾ ਹੈ। ਤਾਂ ਅਸੀਂ ਬੇਰੁਜ਼ਗਾਰੀ ਦੀ ਗੱਲ ਕਰਦੇ ਹਾਂ ਤਾਂ ਬੇਰੁਜ਼ਗਾਰੀ ਇੱਕ ਅਜਿਹੀ ਸਥਿਤੀ ਨੂੰ ਦਰਸਾਉਂਦੀ ਹੈ ਜਿਸ ਵਿੱਚ ਲੋਕ ਮੌਜੂਦਾ ਤਨਖਾਹ ਕੰਮ ਕਰਨ ਲਈ ਤਿਆਰ ਹੁੰਦੇ ਨੇ, ਮੌਜੂਦਾ ਤਨਖਾਹ ਪਰ ਕੰਮ ਨਹੀਂ ਲੱਭ ਸਕਿਆ ਉਹਨਾਂ ਨੂੰ ਕੰਮ ਨਹੀਂ ਮਿਲਦਾ। ਤਾਂ ਇਹ ਸਾਡੀ ਜਿਹੜੀ ਹੈਗੀ ਹੈ ਬੇਰੁਜ਼ਗਾਰੀ ਨੂੰ ਦਰਸਾਉਂਦੀ ਹੈ। ਤਾਂ ਬੇਰੁਜ਼ਗਾਰੀ ਦੇ ਜਿਹੜੇ ਇਹਦੇ ਵਿੱਚ ਕਿਰਤ ਸ਼ਕਤੀ ਹੈ ਤਾਂ ਆਬਾਦੀ ਦਾ ਜਿਹੜਾ ਹੈਗਾ 15 ਸਾਲ ਤੋਂ 59 ਸਾਲ ਦੇ ਲੋਕ ਸ਼ਾਮਲ ਹੁੰਦੇ ਨੇ। ਇਹਦੇ ਵਿੱਚ ਜਿਹੜੇ ਹੈਗੇ ਆਬਾਦੀ ਦੇ 15 ਸਾਲ ਤੋਂ 59 ਸਾਲ ਦੇ ਲੋਕ ਜਿਹੜੇ ਹੈਗੇ ਉਹ ਸ਼ਾਮਲ ਹੁੰਦੇ ਨੇ ਜਿਹੜੇ ਕੰਮ ਕਰ ਸਕਦੇ ਨੇ। ਤਾਂ ਅੱਗੇ ਗੱਲ ਕਰਾਂਗੇ ਕਿਰਤ ਸ਼ਕਤੀ। ਤਾਂ ਆਬਾਦੀ ਦੇ 15 ਸਾਲ ਤੋਂ 59 ਸਾਲ ਦੇ ਲੋਕ ਇਹਦੇ ਵਿੱਚ ਕਿਰਤ ਸ਼ਕਤੀ 'ਚ ਸ਼ਾਮਲ ਹੁੰਦੇ ਨੇ। ਇਸ ਉਮਰ ਸੀਮਾ ਤੋਂ ਪਰੇ ਬਜ਼ੁਰਗ ਲੋਕ ਬੇਰੁਜ਼ਗਾਰ ਨਹੀਂ ਕਹਾਉਂਦੇ, ਉਹਨਾਂ ਨੂੰ ਬੇਰੁਜ਼ਗਾਰ ਨਹੀਂ ਕਿਹਾ ਜਾਂਦਾ। ਇਸੇ ਤਰ੍ਹਾਂ 15 ਸਾਲ ਦੀ ਘੱਟ ਤੋਂ ਉਮਰ ਦੇ ਬੱਚਿਆਂ ਨੂੰ ਬੇਰੁਜ਼ਗਾਰ ਨਹੀਂ ਕਿਹਾ ਜਾਂਦਾ। ਤਾਂ ਅਸੀਂ ਉਦਾਹਰਨ ਲਿੱਤੀ ਹੈ ਮਨਦੀਪ ਦੀ ਭੈਣ ਹਰਪ੍ਰੀਤ ਅਤੇ ਗੁਰਪ੍ਰੀਤ ਦਾ ਭਰਾ ਜੀਤੂ ਆਪਣਾ ਸਮਾਂ ਖੇਡਣ ਤੇ ਘੁੰਮਣ ਫਿਰਨ 'ਚ ਗੁਜ਼ਾਰਦੇ ਨੇ। ਅਸੀਂ ਇਹਨਾਂ ਨੂੰ ਜਿਵੇਂ ਉਹਦੀ ਮਾਤਾ ਹੈ ਹਰਪ੍ਰੀਤ ਅਤੇ ਜੀਤੂ ਨੂੰ ਬੇਰੁਜ਼ਗਾਰ ਨਹੀਂ ਕਹਿ ਸਕਦੇ। ਕਿ ਉੱਤਰ ਕਿਉਂਕਿ ਨਾ ਹੈ, ਕਿਉਂਕਿ ਮਨਦੀਪ ਦੀ ਮਾਤਾ ਤੇ ਆਪਣੇ ਘਰ ਤੋਂ ਬਾਹਰ ਕੰਮ ਕਰਨ ਦੀ ਉਹਦੀ ਰੁਚੀ ਨਹੀਂ ਹੈਗੀ। ਹਰਪ੍ਰੀਤ ਅਤੇ ਜੀਤੂ ਬਹੁਤ ਛੋਟੇ ਨੇ, ਇਸ ਲਈ ਉਹਨਾਂ ਦੀ ਗਿਣਤੀ ਕਿਰਤ ਸ਼ਕਤੀ ਦੇ ਵਿੱਚ ਨਹੀਂ ਕੀਤੀ ਜਾ ਸਕਦੀ। ਕਿਰਤ ਸ਼ਕਤੀ ਵਿੱਚ ਉਹ ਲੋਕ ਸ਼ਾਮਲ ਕੀਤੇ ਜਾਂਦੇ ਨੇ
ਜਿਨ੍ਹਾਂ ਦੀ ਉਮਰ 15 ਸਾਲ ਤੋਂ 59 ਸਾਲ ਦੀ ਹੈ। ਤਾਂ ਅੱਗੇ ਅਸੀਂ ਕਿਰਤ ਸ਼ਕਤੀ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਸਟੈਟਿਸਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਰਿਪੋਰਟ ਦੀ। ਤਾਂ ਸਟੈਟਿਕਸ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਰਿਪੋਰਟ ਨੈਸ਼ਨਲ ਸੈਂਪਲ ਸਰਵੇ ਰਿਪੋਰਟ NSS ਰਿਪੋਰਟ। ਸਭ ਤੋਂ ਵੱਧ ਬੇਰੁਜ਼ਗਾਰੀ ਦਰ ਜਿਹੜੀ ਹੈਗੀ ਉਹ ਕੇਰਲ ਦੇ ਵਿੱਚ ਹੈ। ਸਭ ਤੋਂ ਘੱਟ ਬੇਰੁਜ਼ਗਾਰੀ ਦਰ ਰਾਜਸਥਾਨ ਤੇ ਗੁਜਰਾਤ ਵਿੱਚ ਹੈ। ਭਾਰਤੀ ਔਸਤ ਬੇਰੁਜ਼ਗਾਰੀ ਦਰ ਹੈ ਜਿਹੜੀ ਉਹ 9% 1983 ਤੋਂ 2011 ਤੱਕ ਰਹੀ ਹੈ। ਔਰਤ ਬੇਰੁਜ਼ਗਾਰੀ ਦਰ ਜਿਹੜੀ ਹੈਗੀ ਹੈ ਉਹ ਮਤਲਬ ਜਿਹੜੀ ਹੈਗੀ ਉਹ ਤੁਹਾਨੂੰ ਦਰਸਾਇਆ ਗਿਆ ਕਿ ਮਰਦ ਬੇਰੁਜ਼ਗਾਰੀ ਨਾਲੋਂ ਘੱਟ ਹੈ। ਤਾਂ ਇਸ ਉਮਰ ਵਰਗ ਦਾ ਜ਼ਿਆਦਾ ਬਜ਼ੁਰਗ ਲੋਕ ਜਿਹੜੇ ਹੈਗੇ ਭਾਰਤ ਵਿੱਚ ਬੇਰੁਜ਼ਗਾਰੀ ਦਰ ਜਿਹੜੀ ਹੈਗੀ 3.80% ਸੀ, ਜੋ ਕਿ ਸਭ ਤੋਂ ਘੱਟ ਹੈ। ਔਰਤਾਂ ਦੀ ਬੇਰੁਜ਼ਗਾਰੀ ਦਰ ਪੁਰਸ਼ਾਂ ਦੀ ਬਜਾਏ ਜਿਹੜੀ ਹੈਗੀ ਉਹ ਵੱਧ ਹੈ। ਤਾਂ ਔਰਤਾਂ ਵੱਧ ਬੇਰੁਜ਼ਗਾਰ ਨੇ, ਔਰਤਾਂ ਦੀ ਬੇਰੁਜ਼ਗਾਰੀ ਦਰ ਪੁਰਸ਼ਾਂ ਦੀ ਬਜਾਏ ਜ਼ਿਆਦਾ ਹੈ। ਅੱਗੇ ਅਸੀਂ ਗੱਲ ਕਰਾਂਗੇ ਬੇਰੁਜ਼ਗਾਰੀ ਦੇ ਕਾਰਨਾਂ ਦੀ। ਬੇਰੁਜ਼ਗਾਰੀ ਦੇ ਸਾਡੇ ਕੋਲ ਕਾਰਨ ਕੀ ਹੋ ਸਕਦੇ ਨੇ? ਤਾਂ ਬੇਰੁਜ਼ਗਾਰੀ ਦੇ ਕਾਰਨ ਦੇ ਵਿੱਚ ਆਉਂਦਾ ਹੈ, ਭਾਰਤ ਵਿੱਚ ਬੇਰੁਜ਼ਗਾਰੀ ਦੇ ਕਾਰਨ ਕਈ ਹੋ ਸਕਦੇ ਹਨ। ਤੇਜ਼ੀ ਨਾਲ ਵੱਧਦੀ ਜਨਸੰਖਿਆ ਹੋ ਗਈ, ਛੋਟੇ ਅਤੇ ਘਰੇਲੂ ਉਦਯੋਗਾਂ ਵਿੱਚ ਗਿਰਾਵਟ ਹੋ ਗਈ। ਤਾਂ ਤੇਜ਼ੀ ਨਾਲ ਵੱਧ ਰਹੀ ਆਬਾਦੀ ਦੇ ਕਾਰਨ ਬੇਰੁਜ਼ਗਾਰੀ ਜਿਹੜੀ ਹੈਗੀ ਉਹ ਵੱਧ ਰਹੀ ਹੈ। ਅਸੀਂ ਦੇਖ ਸਕਦੇ ਹਾਂ ਕਿ ਭਾਰਤ ਦੀ ਜਿਹੜੀ ਜਨਸੰਖਿਆ ਹੈ ਉਹ ਲਗਾਤਾਰ ਵੱਧ ਰਹੀ ਹੈ, ਤਾਂ ਉਹਦੇ ਨਾਲ ਬੇਰੁਜ਼ਗਾਰੀ ਵੀ ਵੱਧ ਰਹੀ ਹੈ। ਇਸ ਤੋਂ ਬਾਅਦ ਸਾਡੇ ਕੋਲ ਆ ਗਿਆ ਛੋਟੇ ਪੈਮਾਨੇ ਤੇ ਕਾਟੇਜ ਘਰੇਲੂ ਉਦਯੋਗਾਂ ਦੀ ਗਿਰਾਵਟ ਆ ਗਈ। ਇਹ ਵੀ ਬੇਰੁਜ਼ਗਾਰੀ ਦਾ ਕਾਰਨ ਹੈ। ਛੋਟੇ ਅਤੇ ਘਰੇਲੂ ਉਦਯੋਗਾਂ ਵਿੱਚ ਗਿਰਾਵਟ ਆਉਣ ਦੇ ਨਾਲ ਬੇਰੁਜ਼ਗਾਰੀ ਵਧੀ ਹੈ। ਇਸੇ ਤਰ੍ਹਾਂ ਅਗਲਾ ਸਾਡੇ ਕੋਲ ਆਉਂਦਾ ਹੈ ਪੁਆਇੰਟ, ਖੇਤੀਬਾੜੀ ਇੱਕ ਮੌਸਮੀ ਉਦਯੋਗ ਬਣ ਕੇ ਰਹਿ ਗਿਆ। ਖੇਤੀਬਾੜੀ ਦਾ ਮੌਸਮੀ ਕਿੱਤਾ ਬਣਨਾ, ਮੌਸਮ ਦੇ ਹਿਸਾਬ ਨਾਲ ਖੇਤੀ ਕੀਤੀ ਜਾਂਦੀ ਹੈ, ਇਸ ਦੇ ਨਾਲ ਵੀ ਬੇਰੁਜ਼ਗਾਰੀ ਦੇ ਵਿੱਚ ਜਿਹੜਾ ਹੈਗਾ ਉਹ ਵੱਧਦਾ ਹੋਇਆ ਹੈ। ਇਸੇ ਤਰ੍ਹਾਂ ਬੇਰੁਜ਼ਗਾਰੀ ਦੇ ਕਾਰਨਾਂ ਦੇ ਵਿੱਚ ਮਸ਼ੀਨੀ ਯੁੱਗ ਵੀ ਆਉਂਦਾ। ਮਸ਼ੀਨਾਂ ਜਿਵੇਂ ਆਟੋਮੈਟਿਕ ਹੋ ਗਈਆਂ ਤਾਂ ਉਸ ਤਰ੍ਹਾਂ ਕੰਮ ਜਿਹੜੇ ਹੈਗੇ ਕਿਰਤ ਮਿਲਣੀ ਘੱਟ ਗਏ, ਤਾਂ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਹੈਗਾ। ਤਾਂ ਮਸ਼ੀਨੀਕਰਨ ਜਿਹੜਾ ਹੈਗਾ, ਮਸ਼ੀਨੀ ਯੁੱਗ ਵੀ ਬੇਰੁਜ਼ਗਾਰੀ ਦਾ ਵੱਡਾ ਕਾਰਨ ਬਣਿਆ। ਰੁਜ਼ਗਾਰ ਸੰਬੰਧੀ ਘੱਟ ਯੋਜਨਾਵਾਂ ਜਿਹੜੀਆਂ ਹੈਗੀਆਂ ਉਹ ਵੀ ਇਹ ਕਾਰਨ, ਕਿਉਂਕਿ ਇਹ ਰੁਜ਼ਗਾਰ ਸੰਬੰਧੀ ਯੋਜਨਾਵਾਂ ਨਹੀਂ ਬਣਾਈਆਂ ਜਾਂਦੀਆਂ, ਤਾਂ ਯੋਜਨਾਵਾਂ ਦੇ ਘੱਟ ਹੋਣ ਕਾਰਨ ਵੀ ਬੇਰੁਜ਼ਗਾਰੀ ਜਿਹੜੀ ਹੈਗੀ ਹੈ ਉਹ ਵਧੀ ਹੈ। ਤਾਂ ਬੇਰੁਜ਼ਗਾਰੀ ਦੀਆਂ ਅੱਗੇ ਅਸੀਂ ਗੱਲ ਕਰਾਂਗੇ ਕਈ ਕਿਸਮਾਂ ਦੀ। ਤਾਂ ਇੱਕ ਵਾਰ ਅਸੀਂ ਝਾਤ ਮਾਰ ਲਈਏ ਬੇਰੁਜ਼ਗਾਰੀ ਦੇ ਕਾਰਨਾਂ 'ਤੇ। ਤਾਂ ਬੇਰੁਜ਼ਗਾਰੀ ਦੇ ਜਿਹੜੇ ਕਾਰਨ, ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਕਾਰਨ ਜਿਹੜਾ ਪੜ੍ਹਿਆ ਸੀਗਾ ਉਹ ਸੀ ਤੇਜ਼ੀ ਨਾਲ ਵੱਧ ਰਹੀ ਆਬਾਦੀ। ਅਤੇ ਇਸ ਤੋਂ ਬਾਅਦ ਅਸੀਂ ਅਗਲਾ ਕਾਰਨ ਪੜ੍ਹਿਆ ਸੀਗਾ ਛੋਟੇ ਪੈਮਾਨੇ ਅਤੇ ਕਾਟੇਜ ਜਿਹੜੇ ਘਰੇਲੂ ਉਦਯੋਗਾਂ ਦੇ ਵਿੱਚ ਗਿਰਾਵਟ ਆਉਣ ਦੇ ਨਾਲ ਵੀ ਬੇਰੁਜ਼ਗਾਰੀ ਵਧੀ ਹੈ। ਅੱਗੇ ਅਸੀਂ ਦੇਖਿਆ ਕਿ ਖੇਤੀਬਾੜੀ ਇੱਕ ਮੌਸਮੀ ਉਦਯੋਗ ਬਣ ਕੇ ਰਹਿ ਗਿਆ। ਇਸੇ ਤਰ੍ਹਾਂ ਮਸ਼ੀਨੀ ਯੁੱਗ ਜਿਹੜਾ ਹੈਗਾ, ਮਸ਼ੀਨੀਕਰਨ ਨਾਲ ਵੀ ਬੇਰੁਜ਼ਗਾਰੀ ਬਹੁਤ ਵਧੀ ਹੈ। ਇਸੇ ਤਰ੍ਹਾਂ ਰੁਜ਼ਗਾਰ ਸੰਬੰਧੀ ਘੱਟ ਯੋਜਨਾਵਾਂ ਹੋਣ ਕਾਰਨ ਲੋਕਾਂ ਨੂੰ ਯੋਜਨਾਵਾਂ ਦਾ ਪਤਾ ਨਹੀਂ ਲੱਗਦਾ, ਉਹ ਵੱਧ ਤੋਂ ਵੱਧ ਲਾਭ ਨਹੀਂ ਉਠਾ ਸਕਦੇ, ਅਤੇ ਇਹ ਵੀ ਬੇਰੁਜ਼ਗਾਰੀ ਦਾ ਵੱਡਾ ਕਾਰਨ ਬਣਿਆ। ਤਾਂ ਬੇਰੁਜ਼ਗਾਰੀ ਦੀਆਂ ਕਈ ਕਿਸਮਾਂ ਨੇ, ਅਤੇ ਬੇਰੁਜ਼ਗਾਰੀ ਕਈ ਤਰ੍ਹਾਂ ਦੀ ਹੁੰਦੀ ਹੈ। ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਬੇਰੁਜ਼ਗਾਰੀ ਦੀ ਕਿਸਮ ਜਿਹੜੀ ਹੈਗੀ ਉਹ ਵੱਖ-ਵੱਖ ਹੁੰਦੀ ਹੈ। ਪੇਂਡੂ ਖੇਤਰ ਵਿੱਚ ਮੌਸਮੀ ਅਤੇ ਛੁਪੀ ਹੋਈ ਬੇਰੁਜ਼ਗਾਰੀ ਹੁੰਦੀ ਹੈ, ਜਦਕਿ ਸ਼ਹਿਰੀ ਖੇਤਰ ਦੇ ਵਿੱਚ ਪੜ੍ਹੀ ਲਿਖੀ ਬੇਰੁਜ਼ਗਾਰੀ ਹੁੰਦੀ ਹੈ। ਤਾਂ ਮੌਸਮੀ ਬੇਰੁਜ਼ਗਾਰੀ ਉਹ ਹੁੰਦੀ ਹੈ ਜਦੋਂ ਲੋਕਾਂ ਨੂੰ ਸਾਲ ਵਿੱਚ ਕੁਝ ਮਹੀਨੇ ਕੰਮ ਮਿਲਦਾ ਹੈ ਅਤੇ ਬਾਕੀ ਮਹੀਨੇ ਵਿੱਚ ਉਹ ਬੇਰੁਜ਼ਗਾਰ ਰਹਿੰਦੇ ਆ। ਇਸੇ ਤਰ੍ਹਾਂ ਖੇਤੀਬਾੜੀ ਖੇਤਰ ਵਿੱਚ ਲੋਕ ਬਿਜਾਈ ਅਤੇ ਕਟਾਈ ਦੇ ਸਮੇਂ ਦੇ ਦੌਰਾਨ ਰੁਜ਼ਗਾਰ ਵਿੱਚ ਰੁੱਝੇ ਹੁੰਦੇ ਨੇ, ਪਰ ਇਸ ਤੋਂ ਬਾਅਦ ਲਗਭਗ 5 ਤੋਂ 7 ਮਹੀਨਿਆਂ ਤੱਕ ਉਹ ਬੇਰੁਜ਼ਗਾਰ ਰਹਿੰਦੇ ਆ। ਤਾਂ ਛੁਪੀ ਹੋਈ ਬੇਰੁਜ਼ਗਾਰੀ ਉਹ ਹੁੰਦੀ ਹੈ ਜਦੋਂ ਕਿਸੇ ਕੰਮ ਵਿੱਚ ਲੋੜ ਤੋਂ ਵੱਧ ਲੋਕ ਲੱਗੇ ਹੁੰਦੇ ਨੇ। ਜੇਕਰ ਕੁਝ ਲੋਕਾਂ ਨੂੰ ਇਸ ਕੰਮ ਵਿੱਚ ਹਟਾ ਦਿੱਤਾ ਜਾਵੇ ਤਾਂ ਕੁੱਲ ਉਤਪਾਦਨ ਵਿੱਚ ਕੋਈ ਕਮੀ ਨਹੀਂ ਹੁੰਦੀ। ਤਾਂ ਭਾਰਤ ਦੇ ਪਿੰਡਾਂ ਵਿੱਚ ਕੰਮ ਕਰ ਰਹੀ ਕੁੱਲ ਜਨਸੰਖਿਆ ਦਾ ਜਿਹੜਾ 30% ਹਿੱਸਾ ਹੈ ਉਹ ਛੁਪੇ ਹੋਏ ਬੇਰੁਜ਼ਗਾਰ ਨੇ। ਜੇ ਅਸੀਂ ਉਦਾਹਰਨ ਲਈਏ ਤਾਂ ਇੱਕ ਖੇਤ ਵਿੱਚ ਕੰਮ ਲਈ 5 ਵਿਅਕਤੀਆਂ ਦੀ ਲੋੜ ਹੁੰਦੀ ਹੈ, ਪਰ ਉੱਥੇ 8 ਵਿਅਕਤੀ ਲੱਗੇ ਹੁੰਦੇ ਨੇ। ਤਾਂ ਇੱਥੇ 3 ਵਿਅਕਤੀ ਵਾਧੂ ਹਨ ਅਤੇ ਇਹ ਛੁਪੇ ਹੋਏ ਬੇਰੁਜ਼ਗਾਰ ਨੇ। ਜੇਕਰ ਇਹਨਾਂ 3 ਵਿਅਕਤੀਆਂ ਨੂੰ ਕੰਮ ਤੋਂ ਹਟਾ ਲਿਆ ਜਾਵੇ ਤਾਂ ਉਤਪਾਦਨ ਵਿੱਚ ਕੋਈ ਫਰਕ ਨਹੀਂ ਪਵੇਗਾ। ਤਾਂ ਸ਼ਹਿਰੀ ਖੇਤਰ ਵਿੱਚ ਤੇਜ਼ੀ ਨਾਲ ਵੱਧ ਰਹੀ ਜਿਹੜੀ ਸਕੂਲਾਂ ਅਤੇ ਕਾਲਜਾਂ ਦੀ ਗਿਣਤੀ ਹੈ, ਇਸਨੇ ਪੜ੍ਹੀ ਲਿਖੀ ਬੇਰੁਜ਼ਗਾਰੀ ਨੂੰ ਪੈਦਾ ਕੀਤਾ ਹੈ, ਕਿਉਂਕਿ ਰੁਜ਼ਗਾਰ ਦੇ ਅਵਸਰ ਉਸ ਦਰ ਨਾਲ ਨਹੀਂ ਵਧੇ ਜਿਸ ਨਾਲ ਦਰ ਦੇ ਨਾਲ ਬੇਰੁਜ਼ਗਾਰੀ ਵਧੀ ਹੈ। ਤਾਂ ਬੇਰੁਜ਼ਗਾਰੀ ਦੇ ਕਈ ਕਿਸਮਾਂ ਨੇ। ਤਾਂ ਸਾਡੇ ਕੋਲ ਪੇਂਡੂ ਖੇਤਰ ਅਤੇ ਸ਼ਹਿਰੀ ਖੇਤਰ ਵਿੱਚ ਬੇਰੁਜ਼ਗਾਰੀ ਹੈ। ਬੇਰੁਜ਼ਗਾਰੀ ਦਾ ਜਿਹੜਾ ਸੁਭਾਅ ਹੈ ਉਹ ਦੋਵਾਂ ਖੇਤਰਾਂ ਦੇ ਵਿੱਚ ਵੱਖਰਾ ਦੇਖਣ ਨੂੰ ਮਿਲਦਾ ਹੈ। ਪੇਂਡੂ ਖੇਤਰ ਵਿੱਚ ਮੌਸਮੀ ਅਤੇ ਪੇਸ ਮਤਲਬ ਛੁਪੀ ਹੋਈ ਜਿਹੜੀ ਬੇਰੁਜ਼ਗਾਰੀ ਹੈ, ਅਤੇ ਸ਼ਹਿਰੀ ਖੇਤਰ ਵਿੱਚ ਸਿੱਖਿਅਤ ਬੇਰੁਜ਼ਗਾਰੀ ਪਾਈ ਜਾਂਦੀ ਹੈ। ਤਾਂ ਬੇਰੁਜ਼ਗਾਰੀ ਦੀਆਂ ਜਿਹੜੀਆਂ ਕਿਸਮਾਂ ਨੇ ਉਹਦੇ ਵਿੱਚ ਅਸੀਂ ਅੱਗੇ ਪੜ੍ਹਦੇ ਹਾਂ
ਕਿ ਜਦੋਂ ਲੋਕਾਂ ਨੂੰ ਕੁਝ ਮਹੀਨਿਆਂ ਦੌਰਾਨ ਨੌਕਰੀਆਂ ਮਿਲਦੀਆਂ ਹਨ ਅਤੇ ਬਾਕੀ ਮਹੀਨੇ ਦੌਰਾਨ ਉਹ ਬੇਰੁਜ਼ਗਾਰ ਰਹਿੰਦੇ ਆ ਤੇ ਮੌਸਮੀ ਬੇਰੁਜ਼ਗਾਰੀ ਹੈ। ਖੇਤੀਬਾੜੀ ਦੇ ਖੇਤਰ ਵਿੱਚ ਲੋਕ ਬਿਜਾਈ ਅਤੇ ਵਾਢੀ ਦੇ ਸੀਜ਼ਨ ਦੇ ਦੌਰਾਨ ਉਹਨਾਂ ਨੂੰ ਰੁਜ਼ਗਾਰ ਪ੍ਰਾਪਤ ਕਰਦੇ ਨੇ, ਪਰ ਇਸ ਤੋਂ ਬਾਅਦ ਲਗਭਗ ਉਹ 5 ਤੋਂ 7 ਮਹੀਨੇ ਤੱਕ ਉਹ ਜਿਹੜੇ ਹੈਗੇ ਉਹ ਬੇਰੁਜ਼ਗਾਰ ਰਹਿੰਦੇ ਆ। ਤਾਂ 5-7 ਮਹੀਨਿਆਂ ਦੀ ਬੇਰੁਜ਼ਗਾਰੀ ਜਿਹੜੀ ਹੈਗੀ ਹੈ ਉਹਨਾਂ ਨੂੰ ਮਤਲਬ ਝੱਲਣੀ ਪੈਂਦੀ ਹੈ। ਤਾਂ ਅੱਗੇ ਅਸੀਂ ਗੱਲ ਕਰਦੇ ਹਾਂ ਛੁਪੀ ਹੋਈ ਬੇਰੁਜ਼ਗਾਰੀ ਦੀ। ਤਾਂ ਛੁਪੀ ਹੋਈ ਬੇਰੁਜ਼ਗਾਰੀ ਦੇ ਵਿੱਚ ਕੀ ਹੈ ਕਿ ਕਿਸੇ ਕੰਮ ਨੂੰ ਕਰਨ ਲਈ ਲੋੜ ਤੋਂ ਵੱਧ ਲੋਕਾਂ ਦੇ ਲੱਗੇ ਹੋਣਾ, ਕੁਝ ਨੂੰ ਕੰਮ ਤੋਂ ਹਟਾ ਕੇ ਵੀ ਉਤਪਾਦਨ ਵਿੱਚ ਕੋਈ ਕਮੀ ਨਹੀਂ ਆਊਗੀ। ਤਾਂ ਭਾਰਤੀ ਪਿੰਡਾਂ ਵਿੱਚ ਕੁੱਲ ਜਨਸੰਖਿਆ ਦਾ 30% ਜਿਹੜੇ ਹੈਗੇ ਲੋਕ ਉਹ ਛੁਪੇ ਹੋਏ ਬੇਰੁਜ਼ਗਾਰ ਨੇ। ਤੇ ਇਹਦੀ ਅਸੀਂ ਉਦਾਹਰਨ ਲਈ ਸੀ ਵੀ ਅਗਰ ਇੱਕ ਖੇਤ ਦੇ ਵਿੱਚ 5 ਬੰਦਿਆਂ ਦੀ ਜ਼ਰੂਰਤ ਹੈ ਪਰ ਉੱਥੇ ਕੰਮ 8 ਜਣੇ ਕਰ ਰਹੇ ਨੇ, ਤਾਂ 3 ਨੂੰ ਅਗਰ ਹਟਾ ਵੀ ਲਿਆ ਜਾਵੇ ਤਾਂ ਉੱਥੇ ਉਤਪਾਦਨ ਦੇ ਵਿੱਚ ਜਿਹੜਾ ਹੈਗਾ ਉਹ ਕੋਈ ਕਮੀ ਨਹੀਂ ਆਉਂਦੀ ਹੈਗੀ। ਤਾਂ ਛੁਪੀ ਹੋਈ ਬੇਰੁਜ਼ਗਾਰੀ ਉਹ ਹੁੰਦੀ ਹੈ ਜਦੋਂ ਕਿਸੇ ਕੰਮ ਵਿੱਚ ਲੋੜ ਤੋਂ ਵੱਧ ਲੋਕ ਲੱਗੇ ਹੁੰਦੇ ਨੇ, ਜੇਕਰ ਕੁਝ ਲੋਕਾਂ ਨੂੰ ਇਸ ਕੰਮ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਕੁੱਲ ਉਤਪਾਦਨ ਦੇ ਵਿੱਚ ਕੋਈ ਕਮੀ ਨਹੀਂ ਆਉਂਦੀ। ਤਾਂ ਭਾਰਤ ਦੇ ਪਿੰਡਾਂ ਵਿੱਚ ਕੰਮ ਕਰ ਰਹੀ ਕੁੱਲ ਜਨਸੰਖਿਆ ਦਾ 30% ਛੁਪੇ ਬੇਰੁਜ਼ਗਾਰ ਨੇ। ਉਦਾਹਰਨ ਵਜੋਂ ਜੇ ਇੱਕ ਖੇਤ ਵਿੱਚ ਕੰਮ ਕਰਨ ਲਈ 5 ਵਿਅਕਤੀਆਂ ਦੀ ਲੋੜ ਹੈ ਪਰ ਉੱਥੇ ਅਸੀਂ 8 ਵਿਅਕਤੀ ਲਗਾ ਦਈਏ ਤਾਂ ਇਹ 3 ਵਿਅਕਤੀ ਜਿਹੜੇ ਹੈਗੇ ਵਾਧੂ ਨੂੰ ਤੇ ਇਹ ਛੁਪੇ ਹੋਏ ਬੇਰੁਜ਼ਗਾਰ ਨੇ। ਜੇਕਰ ਇਹਨਾਂ 3 ਵਿਅਕਤੀਆਂ ਨੂੰ ਕੰਮ ਤੋਂ ਹਟਾ ਲਿਆ ਜਾਵੇ ਤਾਂ ਉਤਪਾਦਨ ਵਿੱਚ ਕੋਈ ਵੀ ਫਰਕ ਜਿਹੜਾ ਹੈਗਾ ਉਹ ਨਹੀਂ ਪੈਂਦਾ ਹੈਗਾ। ਤਾਂ ਇਹ ਸੀ ਬੇਰੁਜ਼ਗਾਰੀ ਦੀਆਂ ਕਿਸਮਾਂ। ਤੇ ਬੇਰੁਜ਼ਗਾਰੀ ਦੀਆਂ ਕਿਸਮਾਂ ਤੋਂ ਬਾਅਦ ਅਸੀਂ ਗੱਲ ਕਰਾਂਗੇ ਬੇਰੁਜ਼ਗਾਰੀ ਦੇ ਜਿਹੜੇ ਪ੍ਰਭਾਵ ਹਨ ਉਹਨਾਂ ਦੀ। ਤਾਂ ਬੇਰੁਜ਼ਗਾਰੀ ਦੇ ਪ੍ਰਭਾਵ ਕੀ ਨੇ? ਤਾਂ ਬੇਰੁਜ਼ਗਾਰੀ ਨਾਲ ਮਨੁੱਖੀ ਸੰਸਾਧਨ ਦੀ ਬਰਬਾਦੀ ਹੁੰਦੀ ਹੈ। ਬੇਰੁਜ਼ਗਾਰ ਲੋਕ ਪਰਿਸੰਪत्ति ਦੀ ਬਜਾਏ ਸਮਾਜ ਲਈ ਦੇਣਦਾਰੀ ਬਣ ਜਾਂਦੇ ਨੇ। ਬੇਰੁਜ਼ਗਾਰੀ ਗਰੀਬੀ ਵਧਾਉਂਦੀ ਹੈ। ਯੁਵਕਾਂ ਵਿੱਚ ਨਿਰਾਸ਼ਾ ਤੇ ਹਤਾਸ਼ਾ ਦੀ ਭਾਵਨਾ ਪੈਦਾ ਹੁੰਦੀ ਹੈ ਕਿਉਂਕਿ ਉਹ ਆਪਣੇ ਪਰਿਵਾਰ ਨੂੰ ਆਰਥਿਕ ਸਹਾਇਤਾ ਦੇਣ ਵਿੱਚ ਅਸਫਲ ਹੁੰਦੇ ਨੇ। ਕਾਰਜਸ਼ੀਲ ਜਨਸੰਖਿਆ ਉੱਤੇ ਬੇਰੁਜ਼ਗਾਰੀ ਦੀ ਨਿਰਭਰਤਾ ਸਮਾਜ ਦੇ ਜੀਵਨ ਦੀ ਗੁਣਵੱਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਇਸ ਦੇ ਨਾਲ ਉਹਨਾਂ ਦੇ ਸਿਹਤ ਪੱਧਰ ਵਿੱਚ ਵੀ ਗਿਰਾਵਟ ਆਉਂਦੀ ਹੈ। ਬੇਰੁਜ਼ਗਾਰੀ ਵਿੱਚ ਵਾਧਾ ਕਮਜ਼ੋਰ ਅਰਥ ਵਿਵਸਥਾ ਦਾ ਸੂਚਕ ਹੈ। ਇਸ ਪ੍ਰਕਾਰ ਬੇਰੁਜ਼ਗਾਰੀ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਬੇਰੁਜ਼ਗਾਰ ਲੋਕ ਸਮਾਜ ਦੇ ਦੇਣਦਾਰੀ ਬਣ ਜਾਂਦੇ ਨੇ। ਇਸ ਨਾਲ ਉਹਨਾਂ ਸਾਧਨਾਂ ਦੀ ਵੀ ਬਰਬਾਦੀ ਹੁੰਦੀ ਹੈ ਜਿਨ੍ਹਾਂ ਨੂੰ ਉਪਯੋਗੀ ਢੰਗ ਨਾਲ ਵਰਤਿਆ ਜਾ ਸਕਦਾ ਸੀਗਾ। ਤਾਂ ਬੇਰੁਜ਼ਗਾਰੀ ਜਿਹੜੀ ਹੈਗੀ ਹੈ ਇਹਦੇ ਪ੍ਰਭਾਵ ਮਨੁੱਖੀ ਸ਼ਕਤੀ ਦੇ ਸਰੋਤਾਂ ਦੀ ਬਰਬਾਦੀ ਹੈ। ਇਹ ਬੇਰੁਜ਼ਗਾਰ ਲੋਕ ਜਾਇਦਾਦ ਦੀ ਬਜਾਏ ਸਮਾਜ ਦੇ ਲਈ ਇੱਕ ਜ਼ਿੰਮੇਵਾਰੀ ਜਾਂ ਦੇਣਦਾਰੀ ਬਣ ਜਾਂਦੇ ਨੇ। ਬੇਰੁਜ਼ਗਾਰੀ ਗਰੀਬੀ ਨੂੰ ਵਧਾਉਂਦੀ ਹੈ। ਕੰਮ ਕਰ ਰਹੀ ਆਬਾਦੀ ਦੇ ਜੀਵਨ ਦੀ ਗੁਣਵੱਤਾ ਜਾਂ ਤੇ ਬੁਰਾ ਪ੍ਰਭਾਵ ਪਾਉਂਦੀ ਹੈ। ਤੇ ਇਹ ਸੀ ਬੇਰੁਜ਼ਗਾਰੀ ਦੇ ਪ੍ਰਭਾਵ। ਭਾਰਤ ਦੀ ਸਰਕਾਰ ਦੇ ਵਿਸ਼ੇਸ਼ ਰੁਜ਼ਗਾਰ ਪ੍ਰੋਗਰਾਮ ਜਿਹੜੇ ਹੈਗੇ ਜਿਹਦੇ 'ਚ ਸਵਰਨ ਜਯੰਤੀ ਗ੍ਰਾਮ ਸਵੈ ਰੋਜ਼ਗਾਰ ਯੋਜਨਾ ਜਿਹੜਾ ਹੈਗਾ SJGRY, ਸੰਪੂਰਨ ਗ੍ਰਾਮੀਣ ਰੋਜ਼ਗਾਰ ਯੋਜਨਾ ਹੈ SGRY ਹੈ, ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਰੰਟੀ ਐਕਟ ਹੈ ਜੀ, ਇਹ ਭਾਰਤ ਸਰਕਾਰ ਦੁਆਰਾ ਉਪਰਾਲੇ ਕੀਤੇ ਜਾਂਦੇ ਨੇ। ਤਾਂ ਇਹ ਸੀ ਸਾਡਾ ਅੱਜ ਦਾ ਪਾਠ ਜਿਸ ਦੇ ਵਿੱਚ ਅਸੀਂ ਮਨੁੱਖੀ ਸੰਸਾਧਨ ਜਿਹੜੇ ਹੈਗੇ ਉਹ ਪੜ੍ਹੇ। ਦੂਜਾ ਪਾਠ ਸੀਗਾ। ਤਾਂ ਅਸੀਂ ਅਗਲੇ ਪਾਠ ਦੇ ਵਿੱਚ ਇਹਦੀ ਦੁਹਰਾਈ ਵੀ ਕਰਾਂਗੇ।